ਅੱਛਾ। ਲੋ ਸਰ ਜੀ ਜਿਹੜਾ ਨਾ ਅਸੀਂ ਉਹ ਕੀਤਾ ਸ਼ੁਰੂ ਲੰਗਰ, ਉੱਥੇ ਬੈਠਿਆਂ ਨਾ ਚਾਚਾ ਆਖੇ ਰੋਟੀ ਖਾ ਲਓ। ਚਾਚਾ ਆਖਿਆ ਜੀ ਰੋਟੀ ਖਾ ਲਵੋ, ਤੇ ਵਾਕਈ ਸਹੀ ਗੱਲ ਸੀ। ਜਦੋਂ ਤੁਰਿਆ ਨਹੀਂ ਜਾਣਾ ਮਰਨ ਵਾਲਾ, ਉਹ ਤੋਂ ਮੈਨੂੰ ਕਹਿਣ ਯਾਰ ਉਹ ਬੱਚਾ ਸਾਡੇ ਨਾਲ ਤੇ ਚਲੋ ਉਹਨੂੰ ਖਾ ਖਵਾ ਲਵੋ, ਦਿਓ। ਉਹਨੂੰ ਵੀ ਖਵਾਓ ਤੇ ਉਹ ਡਿੱਗ ਨਾ ਪਵੇ ਮੈਨੂੰ ਕਹਿਣ। ਤੇ ਮੈਂ ਚਾਚੇ ਲੋ ਵੇਖ ਕੇ ਹੱਸਾਂ। ਬਾਲ ਦਾ ਪੱਜ ਚਾਚੇ ਦਾ ਮੈਂ ਰਾਜ। ਕਿਹਾ ਮੈਂ ਕਿਹਾ ਚੱਲ ਚਾਚਾ ਕੋਈ ਨਹੀਂ, ਖਾ ਲੈਣੇ ਕੱਢ ਰੋਟੀ। ਅੱਛਾ। ਤੇ ਚਾਚਾ ਕਹਿੰਦਾ ਮੈਂ ਕਿਹਾ ਮੈਂ ਚਾਚਾ ਮੈਂ ਕਰਨਾ, ਮੇਰੇ ਕੋਲ ਪਈ ਮੈਂ ਕਰਨਾ ਪਹਿਲਾਂ, ਤੇ ਚੱਲ ਮੇਰੀ ਰੋਟੀ ਖਾ ਤੇ ਫਿਰ ਆਪੇ ਤੇਰੀ ਰੋਟੀ ਖਾਵਾਂ। ਅੱਛਾ। ਹੁਣ ਵੇਖ ਮੈਂ ਹੁਣ ਉਹਦੇ ਨਾਲ ਸਹੀ ਹਾਂ, ਮੈਨੂੰ ਤਾਂ ਕੋਈ ਚਾਹੀਦਾ ਸੀ ਮੈਂ ਸਮਾਨ ਚੁੱਕਾਂ ਤੇ ਮੈਂ ਚਾਚੇ ਨੂੰ ਚੁਕਾਇਆ। ਓਏ 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 ਬੜਾ ਮਜ਼ਾ ਆਇਆ। ਅੱਛਾ। ਤੇ ਲੋ ਸਰ ਜੀ ਮੈਂ ਆਪਣਾ ਬੈਗ 'ਚ ਰੋਟੀ ਖਾਧੀ, ਫਿਰ ਇੱਕ ਨਹੀਂ ਦੋ ਰੋਟੀਆਂ ਖਾਧੀਆਂ ਤੇ ਬਹਿ ਕੇ ਸਾਰਿਆਂ। ਅੱਛਾ। ਹੁਣ ਇਹ ਕਿਹਾ ਜੀ ਰੋਟੀ ਹੁਣ ਦਬਾਲੇ ਕੇ ਖਾਵਾਂਗੇ ਕੋਈ ਥੋੜੀ ਬਾਤੀ ਤੇ ਅੱਗੇ ਤੁਰਾਂਗੇ। ਹੁਣ 2 ਰੋਟੀਆਂ ਖਾਧੀਆਂ ਤੇ 3-4 ਬੁਰਕੀਆਂ ਦੇ ਹਿਸਾਬ ਨਾਲ ਸਿਸਟਮ ਸੀਗਾ ਉਹਦਾ। 2 ਰੋਟੀਆਂ ਸਾਰਿਆਂ ਖਾਧੀਆਂ ਤੇ ਆਪਣਾ ਰੋਟੀ ਖਾਧੀ ਤੇ ਫਿਰ ਬੈਠੇ ਜਿਨਾ ਸਿਗਰਟ ਪੀਣ। ਸਾਡੇ ਸਿਗਰਟ ਪੀਣ ਵਾਲੇ ਯਾਰ ਬੜੇ ਮੈਨੂੰ ਆਵਾਜ਼ਾਰੀ ਬਹੁਤ ਹੁੰਦੀ ਸਿਗਰਟ ਵਾਲ। ਅੱਛਾ। ਇੱਕ ਸਿਗਰਟ ਵਾਲਿਆਂ ਕੋ ਤੇ ਇੱਕ ਜਿਹੜਾ ਮੋਟਾ ਤੇ ਐਨਕ ਵਾਲਾ, ਤੇ ਇੱਕ ਜਿਹੜਾ ਖੱਪ ਪਾਉਂਦਾ ਵੀ ਤੇਰੇ ਵਰਗਾ। ਇਹਦੇ ਵਰਗਾ ਬੜੇ ਬੰਦੇ ਵਿੱਚ ਖੱਪ ਪਾਉਂਦੇ ਨੇ। ਤੇ ਕਈ ਰੋਟੀ ਖਾਂਦਿਆਂ ਵੀ ਕਹਿਣਗੇ ਓਏ ਪਾਣੀ ਦੇਈ, ਲੈ ਤੂੰ ਉਂਝ ਆਰਾਮ ਨਾਲ ਮੰਗ ਲੈ ਯਾਰ ਪਾਣੀ ਦੇਈ, ਆਪਣਾ ਭਾਈ ਜੀ ਪਾਣੀ ਫੜਾ, ਉਹ ਪਾਣੀ ਦੇਈ ਲੈ ਅੱਛਾ ਜਿਵੇਂ ਹੁਣ ਆਰਾਮ ਨਾਲ ਆਖਾਂ ਤਾਂ ਦੇਂਦਾ ਫਿਰ ਕਿ ਨਹੀਂ? ਪਾਣੀ। ਪਾਣੀ ਤੇ ਲੋ ਸਰ ਜੀ ਜੇ ਰਹਿਣਾ ਉਹਦੇ ਫਿਰ ਜੇ ਰਹਿਣਾ ਅਸੀਂ ਰੋਟੀ ਖਾਧੀ ਤੇ ਤੁਰ ਪਏ। ਅੱਛਾ। ਤੇ ਅਸੀਂ ਹੁਣ ਪਹਾੜ ਤੇ ਚੜ ਗਏ, ਮਤਲਬ ਪੂਰੇ ਇੱਕ ਵਾਰੀ ਫਿਰ ਥੋੜੇ ਬਾਅਦ ਰੈਡੀ ਹੋ ਗਏ ਆ। ਤੇ ਕੋਈ ਪਤਾ ਨਹੀਂ ਮੂੰਹ ਧੋਣਾ ਵੇ ਜਾਂ ਆ ਬੁਰਾਛਾਂ ਪੱਕੀਆਂ ਨੇ ਜਾਂ ਜਿਵੇਂ ਸਵੇਰ ਟਾਈਮ ਮੂਡ ਬਣਿਆ ਹੁੰਦਾ ਵੇ। ਹਾਂ। ਕੋਈ ਨਹੀਂ ਮੋੜ ਕੇ ਆਪਣਾ ਅੰਦਰ ਜੋ ਵੀ ਇੰਝ ਹੀ ਬੈਗ ਖੋਲੇ ਨੇ, ਰੋਟੀ ਬੁਰਕੀ ਸੁੱਟੀ, ਪਾਣੀ ਸ਼ਾਣੀ ਪੀਤਾ ਵੇ ਤੇ ਇੰਝ ਹੀ ਆਪਣਾ ਤੁਰ ਪਏ। ਤੇ ਇੱਕ ਬੋਤਲ ਮੁਕਾ ਬੈਠੇ ਨੇ ਸਾਰੇ ਹੀ। ਅੱਛਾ। ਇੱਕ ਬੋਤਲ ਜਵਾਨ ਮੁਕਾ ਬੈਠੇ ਨੇ ਵੱਡੀ 2-2 ਲੀਟਰ ਵਾਲੀ। ਇੰਨਾ ਪਾਣੀ ਪੀਂਦੇ ਰਹੇ ਨੇ ਵਿੱਚ ਕਿਉਂਕਿ ਉਹ ਵਿੱਚ ਹੁੰਦੇ ਨਾ ਵੱਡੇ ਬੰਦੇ ਤੇ ਉਹ ਹੱਥ 'ਚ ਹੀ ਬੋਤਲ ਫੜੀ ਉਹ ਤੁਰਨ ਦੇ ਨੇ ਤੇ ਉਹ ਪਿੱਛੇ ਰਹਿ ਗਏ ਨਾ ਮੱਠੇ ਜਾਣ ਕੇ ਪਿੱਛੇ ਹੋ ਗਏ ਤੇ ਢੱਕਣ ਖੋਲ ਕੇ ਫੜਾ ਕਰਕੇ ਤੇ ਫਿਰ ਤੁਰਨ ਲੱਗ ਪਏ। ਮੋਗਿਆ ਤਾਂ ਲੈ ਲਾਂਦਾ ਖੈਰ ਮੋਗਿਆ ਤੇ ਖੈਰ ਹੈ ਜੀ ਨਾਲ ਹੀ ਨੇ। ਤੇ ਲੋ ਸਰ ਜੀ ਅਸੀਂ ਤੁਰਨੇ ਆ, ਪਹਾੜ ਚੜ੍ਹੇ ਆ, ਜਿਹੜਾ ਪਹਾੜ ਆਇਆ ਤੇ ਚੰਗਾ ਫਿਰ ਦਬਾ ਕੇ ਤੁਰੇ ਆ ਪਹਾੜ ਦੇ ਉੱਤੇ ਹੀ ਸਾਡਾ ਸਫ਼ਰ। ਪਹਾੜ ਦੇ ਉੱਤੇ ਤੁਰੇ ਆ ਤੇ ਵਾਹਵਾ ਤੁਰੇ ਆ ਪਹਾੜ ਦੇ ਉੱਤੇ। ਫਿਰ ਉੱਥੇ ਬਹਿ ਗਏ ਆ, ਦੁਪਹਿਰ ਦਾ ਟਾਈਮ ਹੋ ਗਿਆ ਵੇ। ਤੇ ਫਿਰ ਹੁਣ ਫਿਰ ਕਹਿ ਰਹੇ ਰੋਟੀ ਖਾ ਲਈ। ਫਿਰ ਰੋਟੀ ਦਾ ਚੱਕਰ, ਤੇ ਕਿਉਂਕਿ ਇਹ ਅਸੀਂ ਤਦ ਰੋਟੀ ਦਾ ਆਸਰਾ ਲੱਗਾ ਸੀ। ਹੁਣ ਰੋਟੀ ਛੋਟੀ ਖਾਣੇ ਪਿਆ ਤੇ ਅੱਗੋਂ ਸਾਡਾ ਤ੍ਰਈ ਵਾਲਾ ਮੇਰਾ ਖਿਆਲ ਰੋਡ ਹੁੰਦਾ ਵੇ। ਮੈਨੂੰ ਹੁਣ ਤੇ ਰੋਡ ਵੀ ਭੁੱਲ ਚੱਲੇ ਨੇ। ਤ੍ਰਈ ਵਾਲਾ ਰੋਡ ਹੁੰਦਾ ਵੇ ਤੇ ਤ੍ਰਈ ਵਾਲਾ ਰੋਡ ਪਾਰ ਕਰਨਾ। ਤ੍ਰਈ ਵਾਲਾ ਹਾਂ 71 ਵਾਲਾ ਦੇ ਵਿੱਚੋਂ ਤ੍ਰਈ ਵਾਲਾ ਨਿਕਲਦਾ ਤੇ 71 ਵਾਲਾ ਅੱਗੇ ਜਾ ਕੇ ਹੁੰਦਾ ਵੇ ਤੇ ਤ੍ਰਈ ਵਾਲਾ ਪਹਿਲਾਂ ਹੁੰਦਾ ਵੇ। ਤ੍ਰਈ ਵਾਲਾ ਪਾਰ ਕਰਨਾ ਹੁੰਦਾ ਸੜਕ ਦੇ ਉੱਤੋਂ, ਛੋਟਾ ਜਿਹਾ ਰੋਡ ਹੈ, ਪਤਾ ਨਹੀਂ ਸਿੰਗਲ ਰੋਡ ਹੈ। ਤੇ ਉਹ ਮਤਲਬ ਕਿ ਇੰਝ ਜੰਗਲ ਚੋਂ ਤੁਸੀਂ ਥੱਲੋਂ ਤਾਂ ਆਇਓ ਨਾ, ਥੱਲੋਂ ਮਤਲਬ ਕਿ ਖਾਈ ਦੇ ਵਿੱਚ ਤਾਂ ਆਇਓ ਤੇ ਉੱਤੇ ਇੰਝ ਪਿਆ ਜਿਹਾ ਬਣਿਆ, ਤੁਸੀਂ ਇੰਝ ਲੁੱਕ ਕੇ ਵੇਖਣਾ ਤੇ ਨਾਲ ਹੀ ਪਰਾਂ ਤੁਰ ਜਾਣਾ। ਮਤਲਬ ਕਿ ਇਹ ਸਿੰਗਲ ਰੋਡ ਹੈ, ਜਿਸ ਤਰ੍ਹਾਂ ਪਿੰਡਾਂ ਥਾਵਾਂ ਤੇ ਨਿੱਕੇ ਰੋਡ ਹੁੰਦੇ ਨੇ ਇੰਝ ਦਾ ਰੋਡ ਹੈ, ਉਹ ਤ੍ਰਈ ਦਾ ਰੋਡ ਹੈ। ਤੇ ਸਰ ਜੀ ਅਸੀਂ ਹੁਣ ਇੰਝ ਜਾ ਰਹੇ ਹਾਂ ਖਾਈਆਂ ਦੇ ਵਿੱਚ ਉਹਦੀ, ਪਹਾੜ ਤੋਂ ਥੱਲੇ ਇੰਝ ਪਹਾੜ ਦੇ ਉੱਤੇ ਤੁਰਨੇ ਆ ਨਾ ਪਏ ਤੇ ਨਾਲ ਹੀ ਇੰਝ ਥੱਲੇ ਹੋ ਗਏ ਲੋਕੇਸ਼ਨ ਦੇ ਹਿਸਾਬ ਨਾਲ। ਅੱਛਾ। ਥੱਲੇ ਆ ਗਏ ਖਾਈ ਚੋਂ ਤੇ ਇੰਝ ਚੱਲਦੇ ਨਾ ਇੰਝ ਹੋ ਕੇ ਨਾ ਇੰਝ ਹੀ ਨਿਕਲੇ ਆ। ਅੱਛਾ। ਤੇ ਸਾਨੂੰ ਆਵਾਜ਼ ਆਉਣ ਲੱਗ ਪਿਆ ਕਿ ਰੋਡ ਆ, ਜਿਵੇਂ ਆਵਾਜ਼ ਨਹੀਂ ਹੁੰਦੀ ਪਈ ਇੰਝ ਪਿੱਛੇ ਅਸੀਂ ਕਿਹਾ ਰੋਡ ਆ ਗਿਆ ਵੇ। ਰੋਡ ਆ ਹੁਣ ਉੱਥੇ ਬੈਠੇ ਆ ਤੇ ਉੱਥੇ ਟਾਈਮ ਹੋ ਗਿਆ 1-2 ਦਾ ਤੇ ਉਹਨੇ ਕਿਹਾ ਜੀ ਕੱਢ ਲਵੋ ਰੋਟੀ, ਜੇ ਖਾਣੀ ਕਿਸੇ ਨੇ ਤੇ ਖਾ ਲਵੋ ਕਿਉਂਕਿ ਰੋਡ ਪਾਰ ਕਰਦੇ ਆ ਫਿਰ ਤੁਹਾਨੂੰ ਪਤਾ ਸਫ਼ਰ ਅੱਗੇ ਸ਼ੁਰੂ ਹੁੰਦਾ, ਰੋਡ ਦੂਰ ਜਾਣਾ ਤੇ ਫਿਰ ਸਾਡੀ ਬੱਚਤ ਹੈ। ਅੱਛਾ। ਜਿੰਨਾ ਰੋਡ ਤੋਂ ਦੂਰ ਹੋ ਜਾਵਾਂਗੇ ਉਹਨਾਂ ਸਾਡੀ ਬੱਚਤ ਹੋਏਗੀ ਤੇ ਉਹਦੇ ਵਾਸਤੇ ਤੁਰਨਾ ਬਿਹਤਰ ਹੈ, ਲਾਜ਼ਮ ਹੈ, ਤੁਰਨਾ ਜ਼ਰੂਰੀ ਹੈ, ਨੱਸਣਾ ਜ਼ਰੂਰੀ ਹੈ। ਤੇ ਉਹਦੇ ਵਾਸਤੇ ਹਿੰਮਤ ਚਾਹੀਦੀ, ਹਿੰਮਤ ਵਾਸਤੇ ਰੋਟੀ ਚਾਹੀਦੀ ਤੇ ਰੋਟੀ ਵਾਸਤੇ ਬੈਗ 'ਚ ਕੱਢਣੀ ਪੈਣੀ। ਤੇ ਲੋ ਸਰ ਜੀ ਹੁਣ ਉੱਥੇ ਬੈਠੇ ਆ, ਫਿਰ 2-2 ਰੋਟੀਆਂ ਖਾਧੀਆਂ, ਫਿਰ ਸਾਰਿਆਂ ਰੋਟੀਆਂ 2-2 ਖਾਧੀਆਂ ਕਿ ਸ਼ਾਮੀ ਨਾ ਖਾਵਾਂਗੇ। ਅੱਛਾ। ਤੇ ਲੇਕਿਨ ਸ਼ਾਮ ਜਦੋਂ ਆਉਂਦੀ ਫਿਰ ਖਾਣੀ ਪੈਂਦੀ। ਤੇ ਲੋ ਜੀ ਆਹ 2-2 ਰੋਟੀਆਂ ਖਾਧੀਆਂ, ਪਾਣੀ ਸ਼ਾਣੀ ਪੀਤੇ, ਜਸਟ ਪਾਵਰ ਟਰੱਕ ਖੋਲੇ ਜੋ ਹੈ ਹੀ ਨਾਲ ਐਨਰਜੀ ਡਰਿੰਕ ਪੀ ਰਹੇ ਆ। ਤੀਜਾ ਦਿਨ ਹੀ। ਅੱਛਾ। ਤੇ ਅਸੀਂ ਜਾ ਰਹੇ ਹਾਂ ਤੇ ਤ੍ਰਈ ਵਾਲਾ ਰੋਡ ਪਾਰ ਕੀਤਾ ਵਾ, ਤ੍ਰਈ ਵਾਲੇ ਰੋਡ ਦੇ ਕੋਲ ਗਏ ਆ। ਹੁਣ ਤ੍ਰਈ ਵਾਲੇ ਰੋਡ ਵੇਖਿਆ ਕਿਵੇਂ ਪਾਰ ਕਰਨਾ, ਸਿੰਗਲ ਰੋਡ ਹੈ ਤੇ ਲੇਕਿਨ ਉਹਦੇ 'ਚ ਸਾਨੂੰ ਵਕਫਾ ਲੱਭਦਾ ਵੇ ਕਿ ਕੁਝ ਸੈਕਿੰਡਾਂ ਦਾ ਟਾਈਮ ਲੱਭਦਾ ਹੈ ਕਿ ਮਤਲਬ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਕਿ 1-2 ਮਿੰਟ ਦਾ ਵਕਫਾ ਲੱਭ ਜੇ, ਨਹੀਂ, ਕਿਉਂਕਿ ਗੱਡੀਆਂ ਰੋਡ ਚੱਲਦਾ ਵੱਡੇ ਰੋਡ 'ਚ, ਛੋਟਾ ਰੋਡ ਜਿਹੜਾ ਨਿਕਲਦਾ ਉਹ ਤੁਹਾਨੂੰ ਪਤਾ ਗੱਡੀਆਂ ਲੋਕਲ ਰੋਡ ਆਮ ਆਉਂਦੀ ਜਾਂਦੀ। ਉਹ ਸਰ ਜੀ
ਕਾਰਾਂ ਹੁੰਦੀਆਂ ਤੇ ਉਹਦਾ ਇੰਨਾ ਕੁ ਇੱਕ ਮਸਾਂ ਕਿ ਤੁਹਾਨੂੰ ਇੰਨੇ ਕੁ ਸੈਕਿੰਡਾਂ ਦੇ ਹਿਸਾਬ ਨਾਲ ਤੁਹਾਨੂੰ ਟਾਈਮ ਲੱਭਣਾ ਤੇ Time ਤੁਸੀਂ ਯਕਦਮ ਪਾਰ ਕਰਨਾ ਵਾ, ਠੀਕ ਹੈ। ਤੇ ਜੇ ਗੱਡੀ ਵੱਜ ਗਈ ਉੱਡ ਜਾਣਾ, ਲੈ ਕੇ ਉਹਨੇ ਲੰਘ ਜਾਣਾ ਤੁਹਾਨੂੰ। ਹੂੰ ਟਰੱਕ ਵੱਡੇ, ਟਰਾਲੇ ਤੇ ਕਾਰਾਂ ਤੇ ਉਹ ਸ਼ਾਮਾਂ ਤੋਂ ਲੰਘਦੀਆਂ। ਤੇ ਸਰ ਜੀ ਹੁਣ ਇਹ ਇਹਨੇ ਬੈਠੇ ਆ, ਅੱਜ ਬਹਿ ਕੇ ਨਾ ਵੇਖਣੇ ਆ ਸਾਰੇ। ਤੇ ਫਿਰ ਉਹ ਪਿੱਛਾ ਤੁਰ ਗਿਆ ਥੋੜਾ ਰੋਡ ਤੋਂ। ਹੂੰ ਤੇ ਹੁਣ ਕਹਿ ਰਹੇ ਆ ਕਿ ਇੱਕ ਬੰਦਾ ਰੋਡ ਦੇ ਕਿਨਾਰੇ ਤੇ ਖਲੋਵੇ, ਜਿਹੜਾ ਸਿਆਣਾ ਬੰਦਾ, ਗੱਡੀ ਦਾ ਧਿਆਨ ਰੱਖੇ, ਤੇ ਬਾਕੀ 3 ਵਿੱਚ ਖਲੋਣ, ਤੇ ਇੱਕ ਪਿੱਛੋਂ ਜਿਹੜਾ ਨਾ ਇਹਨਾਂ ਟੋਰੇ। ਅੱਛਾ ਤੇ ਜਿਹੜਾ ਬੰਦਾ ਪਹਿਲੇ ਗਰੁੱਪ 'ਚ ਪਾਰ ਹੋਵੇਗਾ, 3-3 ਕਰਕੇ ਪਾਰ ਹੋਏ ਹਾਂ, ਤੇ ਉਹਨਾਂ 'ਚੋਂ ਇੱਕ ਸਿਆਣਾ ਬੰਦਾ ਪਰਲੀ ਸੜਕ ਦੇ ਕਿਨਾਰੇ ਤੇ ਖਲੋਏਗਾ, ਤੇ 2 ਪੜਾਂ ਜੰਗਲ 'ਚ ਤੁਰ ਜਾਣ। ਅੱਛਾ ਉਹ ਇਸ ਵਜ੍ਹਾ ਤੋਂ ਕਿ ਸਿਕਿਉਰਿਟੀ ਵਾਸਤੇ, ਕਿ ਤਰਤੀਬ ਦੇ ਨਾਲ, ਕਿ ਯਾਰ ਜੂੰ ਗੱਡੀ ਆਏਗੀ, ਸਿਆਣਾ ਬੰਦਾ ਆਏਗਾ, ਮਨਾ ਕਰ ਲੇਗਾ, ਬਾਲੇਗਾ ਉਹਨਾਂ ਨੂੰ। ਹੁਣ ਇੱਕ ਉੱਥੇ ਖਲੋਤਾ ਰੋਡ ਤੇ ਸਰ ਜੀ 3 ਬੰਦੇ ਗਏ ਨੇ ਮੇਰੇ ਤੋਂ ਪਹਿਲਾਂ, ਅੱਛਾ ਇੰਝ ਹੀ ਲੰਘ ਗਏ। ਤੇ ਹੁਣ ਮੇਰੇ ਨਾਲ ਇੱਕ ਬੰਦਾ ਹੈ, ਤੇ ਉਹਦੀ ਲੱਤ ਨਾ ਥੋੜਾ ਕੁ ਫਾੜ ਲਈ, ਤੇ ਮੈਂ ਉਹ ਤੇ ਇੱਕ ਹੋਰ ਮੁੰਡਾ ਸਹੀ ਹੈ, ਦੋਵੇਂ। ਹੁਣ ਵੇਖਿਆ ਜੇ, ਹੁਣ ਰੋਡ ਦੇ ਨੇੜੇ ਗਏ ਆ, ਤੇ ਗੱਡੀ ਲੰਘੀ ਹੈ, 2 3 4 5 ਗੱਡੀਆਂ ਲੰਘੀਆਂ, ਤੇ ਥੋੜਾ ਜਿਹਾ ਟਾਈਮ ਮਿਲਿਆ, ਕਹਿੰਦਾ ਨੱਸੋ। ਅਸੀਂ ਬੈਗ ਪਾ ਕੇ ਹੀ ਬੈਠੇ ਹਾਂ, ਹੁਣ ਕਿ ਨੱਸੋ ਟਾਈਮ ਲੱਭ ਗਿਆ। ਇੰਝ ਹੀ ਚੜਿਆ ਰੋਡ ਤੋਂ ਤੇ ਲੰਘਨੇ ਆ ਪਏ। ਤੇ ਉਹ ਜਿਹੜਾ ਤੀਜਾ ਹੈ ਲੱਤ ਵਾਲਾ, ਉਹ ਪੋਲਾ ਤੁਰਨ ਦਿਆ ਰੋਡ ਦੇ ਉੱਤੇ। ਆਈਏ ਪਿੱਛੇ 8-9 ਮੁੰਡੇ ਪਿੱਛੇ ਬੈਠੇ ਨੇ, ਤੇ ਅਸੀਂ ਉਹ ਉੱਤੇ ਪੋਲਾ ਤੁਰਨ ਦਿਆ। ਉਹ ਇੱਕ ਕਾਰ ਆਈ ਏ, ਉਹਨੇ ਉਹਦੇ ਕੋਲ ਖਿਲਾਰੀ ਏ, ਉਹਨੇ ਕਿਹਾ ਲੰਘ ਜਾ। ਉਹ ਲੰਘਿਆ ਵੀ ਤੇ ਕਾਰ ਵਾਲਾ ਗਿਆ। ਇੰਨਾ ਵੀ ਨਹੀਂ ਲੰਘਰ ਆਉਂਦਾ ਜਿੰਨਾ ਉਹ ਲੰਘਰਨ ਲੱਗ ਪਿਆ ਸੀ। ਛੋਟਾ ਜਿਹਾ ਯਾਰ ਰੋਡ ਸੀਗਾ, ਉਹ ਮਸਾਂ ਕਿ ਚਾਹੁੰਦਾ ਨਾ ਤੇ ਦੌੜ ਲਾ ਕੇ ਨਾ ਲੰਘ ਸਕਦਾ ਸੀ। ਉਹ ਲੰਗਰਾ ਪਤਾ ਕੀ ਡਰਾਮੀ ਕੀਤੀ ਉਹਨੇ, ਹਾਂ ਡਰਾਮੀ ਬਣ ਗਿਆ ਜਾਣ ਕੇ, ਉਹ ਤੇਰੇ ਵਰਗਾ ਹਿਸਾਬ। ਅੱਛਾ ਉਹ ਜਿਹੜਾ ਉਹ ਸਰ ਜੀ ਜਦੋਂ ਇਹ ਹਿਸਾਬ ਹੋਇਆ ਨਾ, ਗੱਡੀ ਵਾਲੇ ਨੇ ਨਾ ਗੱਡੀ ਖਿਲਾਰੀ ਹੈ ਨਾ, ਤੇ ਤੁਹਾਨੂੰ ਪਤਾ ਗੱਡੀ ਖਲੋਵੇ ਤੇ ਆਵਾਜ਼ ਜਾਂਦੀ ਖੱਬੇ ਸੱਜੇ, ਪਤਾ ਚੱਲ ਗਿਆ। ਤੇ ਮੈਂ ਰੋਡ ਦੇ ਪਰਲੇ ਕਿਨਾਰੇ, ਤੇ ਉਹ ਇੱਕ ਬੰਦਾ ਅੱਗੇ ਖਲੋਤਾ ਸੀ। ਅੱਛਾ ਮੈਂ ਖਲੋਤਾ, ਮੈਂ ਕਿਹਾ ਨੱਸੋ ਸਾਰੇ ਪਿਛਲਾ ਨੂੰ। ਮੈਂ ਕਿਹਾ ਚਾਚਾ ਲਾ ਦਿਓ ਦੌੜ, ਬਸ ਮੁੱਕ ਗਈ ਕਹਾਣੀ। ਜਿਹੜਾ ਨੱਸਿਆ, ਫਿਰ ਉਹਨਾਂ ਪਿੱਛੋਂ ਦੌੜਾਂ ਲਾਈਆਂ, ਚੜ ਗਏ ਨੇ ਰੋਡਾਂ ਤੇ, ਗੱਡੀਆਂ ਇੰਜ ਨੂੰ ਜਾ ਰਹੀਆਂ। ਰੋਡ ਗੰਦੇ ਹੀ ਪਾਰ ਕੀਤਾ, ਜਿਹੜਾ ਵੀ ਕੀਤਾ ਅੱਛਾ ਇੰਜ ਹੀ, ਜਿਵੇਂ ਇੱਕ ਵਾਲਾ ਪਾਰ ਕੀਤਾ। ਅੱਛਾ ਤੇ ਤਰੀ ਵਾਲੇ ਤੇ ਵੀ ਉਹ ਹਿਸਾਬ ਹੋ ਗਿਆ। ਹੁਣ ਵਿੱਚ ਉਹ ਜ਼ਿੱਦ ਕਰ ਗਿਆ, ਤੇ ਇੰਝ ਹੀ ਪਾਰ ਕੀਤਾ ਵੀ ਨੱਸੇ ਆ, ਤੇ ਕੋਈ ਪਤਾ ਨਹੀਂ ਅੱਗੇ ਕਿੱਧਰ ਵੱਜਨੇ ਆ ਵੇ। ਇੰਝ ਹੀ ਜਾ ਰਹੇ ਆ ਜੰਗਲ 'ਚ, ਭੱਜੀ ਜਾ ਰਹੇ ਆ। ਉਹ ਲੈਵਲ 'ਚ ਹੀ ਜੰਗਲ, ਇੰਝ ਹੀ ਗਏ ਆ, ਇੰਝ ਹੀ ਨੱਸਣ ਨੇ। ਕੋਈ ਕਿਤੇ, ਕੋਈ ਪਿੱਛੇ, ਕੋਈ ਅੱਗੇ, ਕੋਈ ਪਤਾ ਨਹੀਂ ਕਿਹੜਾ ਕਿੱਥੇ, ਇੰਝ ਹੀ ਨੱਸਣ ਨੇ ਤੇ ਗਾਲਾਂ ਕੱਢਣ ਨੇ ਕਿ ਇਹ ਕੀ ਕਰ ਛੜਿਆ, ਤੁਹਾਨੂੰ ਕਿਹਾ ਛਡਾਮ ਨਾਲ ਪਾਰ ਕਰੋ। ਫਿਰ ਅੱਗੇ ਜਾ ਕੇ ਬਹਿ ਗਏ ਦੂਰ ਲੁੱਗੀ ਜਗ੍ਹਾ 'ਚ ਹੋ ਕੇ ਬਹਿ ਕੇ, ਤੇ ਫਿਰ ਇੱਕ ਦੂਜੇ ਨੂੰ ਉਹਨੂੰ ਗਾਲਾਂ ਕੱਢਣ ਦੇ। ਅੱਛਾ ਤੇ ਉਹ ਕਵੇ ਜੀ ਮੈਂ ਕੋ ਤੁਰਿਆ ਨਹੀਂ ਜਾਣਦੇ ਆ, ਇੰਜ ਨਹੀਂ ਫਲਾਨ। ਉਹ ਯਾਰ ਇੰਨਾ ਲੰਗਰਾ ਨਹੀਂ ਕਿ ਤੁਸੀਂ ਸੋਚੋ ਕਿ ਲੰਗਰਾ ਹੀ ਤੁਸੀਂ ਉਹਦੀ ਹਮਾਇਤ ਕਰੋ, ਜਾਂ ਉਹ ਮਾੜਾ ਬੰਦਾ ਨਹੀਂ, ਉਹਦੇ ਕੋ ਤੁਰਿਆ ਜਾਂਦਾ ਨਹੀਂ, ਇੰਜ ਨਹੀਂ। ਉਹ ਮਤਲਬ ਕਿ ਉਹਦੀ ਲੱਤ 'ਚ ਇੰਨਾ ਕੁ ਫਾਲਟ ਸੀ ਕਿ ਜਦੋਂ ਤੁਰਦਾ ਸੀ ਪੀੜ ਕਰਦੀ ਸੀ। ਆਹ ਮਸਲਾ ਪੱਠਾ ਛਿੱਕਿਆ ਜਾਂਦਾ ਹੋਣਾ ਹੈ, ਉਹਦਾ ਆਹ ਮੇਰਾ ਵੀ ਮਸਲਾ ਇੰਜ ਹੋ ਸੀ। ਜਾਂਦਾ। ਆਹ ਨਹੀਂ ਕਿ ਉਹ ਲੰਗਰਾ ਸੀਗਾ ਇੰਜ ਕਰਕੇ ਤੁਰਦਾ ਸੀ, ਪੱਠਾ ਛਿੱਕਿਆ ਉਹ ਜਾਂਦਾ। ਤੁਰਦਾ ਸਹੀ ਸੀ। ਬਸ ਉਹਦਾ ਆਹ ਸੀ ਕਿ ਜਦੋਂ ਤੁਰਦਾ ਸੀ ਨਾ, ਤੇ ਲੱਤ ਥੱਕ ਜਾਂਦੀ ਸੀ, ਦਰਦ ਕਰਦੀ ਸੀ, ਬਸ ਇੰਨਾ ਮਸਲਾ ਹੁੰਦਾ ਸੀ। ਤੇ ਹੁਣ ਜਦੋਂ ਬੰਦਾ ਇੰਨੀ ਬਰਦਾਸ਼ਤ ਕਰਨ ਦਿਆ, ਤੇ 2 ਮਿੰਟ ਕੀ ਕੁਝ ਸੈਕਿੰਡਾਂ ਦਾ ਬੰਦਾ ਨਹੀਂ ਨੱਸ ਸਕਦਾ ਬਾਈ, ਇੰਨਾ ਕੁ ਤਾਂ ਨੱਸ ਹੀ ਪੈਂਦਾ। ਉਹ ਤੇਰੇ ਵਾਲੀ ਗੱਲ ਆ ਜਾਂਦੀ, ਤੇਰੇ ਵਾਲਾ ਬਲਕਿ ਹਿਸਾਬ ਆ ਜਾਂਦਾ। ਮੇਰੇ ਪੱਠੇ ਆਪਣੇ ਛਿੱਕੇ ਜਾਂਦੇ ਸਨ। ਤੇਰੀ ਤਾਂ ਉਂਝ ਯਾਰ ਸ਼ਾਇਦ ਕੀ ਖਿੱਚੀ ਗਈ ਹੈ ਨਾ। ਤੈਨੂੰ ਤੇ ਸਰ ਜੀ ਜਿਹੜਾ ਨਾ ਉਹ ਨਾ ਨਾਜ਼ਰੀਨ, ਧਿਆਨ ਕਰ, ਮੇਰੀ ਆਪਣਾ ਪੇਚਾ ਲੱਗਾ ਉਹ ਮਨ ਚੰਨ ਨੂੰ। ਉਹ ਸਰ ਜੀ ਮੈਂ ਦੱਸ ਨਹੀਂ ਸਕਦਾ ਤੇਰਾ ਪੇਚਾ ਲੱਗਾ ਹੈ ਕਿ ਨਹੀਂ। ਹੁਣ ਮੇਰੀ ਗੱਲ ਸੁਣ, ਧਿਆਨ ਕਰ, ਧਿਆਨ ਯਾਰ ਚਵਲਾ ਨਾ ਮਾਰ ਛੱਡ। ਉਹ ਸਰ ਜੀ ਨਾਜ਼ਰੀਨ, ਹੁਣ ਆਪ ਸਭ ਵੇਖਿਆ ਜੀ ਇਹ ਤਰੀ ਵਾਲਾ ਪਾਰ ਕੀਤਾ ਨਾ, ਹੁਣ ਅੱਗੇ ਜਾ ਕੇ ਹੀ ਬਹਿ ਗਏ ਆ। ਅੱਛਾ ਉਹਨੂੰ ਸਮਝਾਉਂਦੇ ਆ ਕਿ ਯਾਰ ਹੁਣ ਅੱਗੋਂ ਧਿਆਨ ਕਰੀ। ਸਾਰਿਆਂ ਨੂੰ ਇੱਕ ਵਾਰੀ ਸਮਝਾਏ ਜਾਂਦੇ ਆ ਕਿ ਯਾਰ ਅੱਗੋਂ ਹੁਣ ਸਾਡਾ ਕੱਤੜ ਵਾਲਾ ਮੇਨ ਵੱਡਾ ਰੋਡ ਹੈ, ਤੇ ਸਾਨੂੰ ਨਹੀਂ ਪਤਾ ਕਿ ਉਹ ਲੁੱਗਾ ਹੀ ਪਾਰ ਹੋ ਜਾਣਾ। ਉੱਤੋਂ ਉੱਤੇ ਲੇਕਿਨ ਸਮਝਾਇਆ ਜਾਂਦਾ ਪਿਆ ਕਿ ਯਾਰ ਧਿਆਨ ਕਰਿਆ ਜੇ। ਅੱਛਾ ਤੇ ਹੁਣ ਉੱਥੇ ਬਹਿ ਕੇ ਪਾਣੀ ਛਾਣੀ ਪੀ ਰਹੇ ਨੇ, ਤੇ ਟਾਈਮ ਸਾਡਾ ਫਿਰ ਪਿਛਲਾ ਕੋ ਆ ਗਿਆ, ਕਿਉਂਕਿ ਜੰਗਲਾਂ 'ਚ ਤੇ ਏਡਾ ਟਾਈਮ ਦਾ ਏਡੀ ਜਲਦੀ ਪਤਾ ਵੀ ਨਹੀਂ ਚੱਲਦਾ। ਤੇ ਜਦੋਂ ਸਫ਼ਰ 'ਚ ਬੰਦਾ ਨਿਕਲਿਆ ਤੁਰਦਾ ਪਿਆ, ਤੇ ਲੋ ਸਰ ਜੀ ਪਿਛਲਾ ਕੋ ਟਾਈਮ ਆ ਗਿਆ। ਸੋ ਅੱਗੇ ਤੇ ਰੋਟੀ ਖਾਧੀ ਸੀ 10-11 ਵਜੇ 12 ਵਜੇ ਨਾਲ, ਤੇ ਫਿਰ ਹੁਣ ਪਿਛਲਾ ਟਾਈਮ ਆ ਗਿਆ, ਕੋਈ 3 ਕੁ ਦਾ ਟਾਈਮ ਹੋ ਗਿਆ, 2:30 3 4 ਦਾ ਟਾਈਮ ਹੋ ਚੱਲਿਆ। ਅੱਛਾ ਤੇ ਅਸੀਂ ਤੁਰ ਪਏ ਹਾਂ, ਫਿਰ ਸਫ਼ਰ ਸ਼ੁਰੂ ਕੀਤਾ ਜੀ। ਸਾਰਾ ਕਹੀਏ ਨੇੜੇ ਹੀ ਤੇ ਨੱਸੋ, ਤੇ 71 ਤੱਕ ਜਾਂਦੇ ਆ, ਸਾਨੂੰ 2 ਦਿਨ ਲੱਗ ਗਏ ਹਨ। ਹੁਣ ਵੇਖ ਹੁਣ ਜਾਂਦੇ ਆ ਨਾ ਪਏ, ਤੇ ਵਾਹਵਾ ਅੱਗੇ ਜਾ ਕੇ ਪਹਾੜਾਂ ਤੇ ਪਹਾੜ ਤੇ ਚੜ ਗਏ ਆ। ਠੀਕ, ਫਿਰ ਪਹਾੜ ਚੜ੍ਹਨਾ ਪੈ ਗਿਆ, ਇੰਝ ਹੀ ਚੜ੍ਹ ਗਏ ਪਹਾੜ। ਛੋਟੇ ਛੋਟੀਆਂ ਪਹਾੜੀਆਂ ਨਹੀਂ ਹੁੰਦੀਆਂ ਉਸ ਹਿਸਾਬ ਨਾਲ।
ਇੰਜ ਚੜੇ ਆ। ਤੇ ਲੋ ਸਰ ਜੀ ਅਸੀਂ ਉੱਥੇ ਪਹੁੰਚ ਗਏ। ਤੇ ਹੁਣ 71 ਵਾਲਾ ਪਾਰ ਕਰਨਾ ਸੀਗਾ, ਉਹ ਇੱਕ ਉਹਨਾਂ ਬਣਾਈ ਸੁਰੰਗ ਵੀ ਬਣਾਈ, ਤੇ ਇੱਕ ਬਣਾਈ ਹੈ ਕਿ ਤੁਸੀਂ ਪਾਰ ਕਰਨਾ ਤੁਹਾਡਾ ਪਤਾ ਨਹੀਂ ਚੱਲਣਾ, ਉਹ ਜਿਹਦੇ ਤੋਂ ਅਸੀਂ ਲੰਘ ਕੇ ਆਏ ਹਾਂ। ਤੇ ਸੁਰੰਗ ਦਾ ਨਹੀਂ ਸਾਨੂੰ ਪਤਾ, ਉਹ ਇੰਝ ਹੀ ਲੰਘੇ, ਉਹਨੂੰ ਹੀ ਸੁਰੰਗ ਮੇਰਾ ਖਿਆਲ ਲਿਖਿਆ ਜਾਂਦਾ। ਅੱਛਾ। ਉਹ ਇੰਝ ਜਾਣਦੇ ਜੰਗਲ ਦੇ ਵਿੱਚ, ਉਹ ਇੰਝ ਵਰਦਿਆਂ ਇੰਝ ਜੰਗਲ 'ਚ ਲੁੱਗੀ ਜਗ੍ਹਾ 'ਚ ਆ ਗਈ। ਕਹਿੰਦੇ ਉਹ ਲੰਘਣਾ ਮੁਸ਼ਕਲ ਹੋ ਗਿਆ। ਉਹ ਇੰਝ ਪਏ ਲੰਘਣੇ, ਉਹ ਲੰਘਣੇ ਪਏ ਤੇ ਆਵਾਜ਼ ਇੰਨੀ ਕੁ ਗੱਡੀਆਂ ਦੀ ਆਉਂਦੀ ਪਈ ਹੈ ਕਿ ਅਸੀਂ ਕਹੀਏ ਸੜਕ ਪਤਾ ਨਹੀਂ ਹੁਣ ਕਿੰਨੀ ਕੁ ਕਿੱਥੇ, ਤੇ ਸਾਨੂੰ ਨਹੀਂ ਪਤਾ ਚੱਲਿਆ। ਅਸੀਂ ਅਗਾਂਹ ਤੁਰ ਗਏ ਆ ਨਾ, ਤੇ ਸੜਕ ਦਾ ਉਹਨੂੰ ਪਤਾ ਸੀ ਜਿਹਦੇ ਹੱਥ 'ਚ ਮੋਬਾਈਲ ਸੀ, ਜਿਹਨੂੰ ਪਤਾ ਸੀਗਾ ਲੋਕੇਸ਼ਨ ਦਾ, ਉਹਨੂੰ ਪਤਾ ਸੀ ਕਿ ਅਸੀਂ ਕਿੱਥੇ ਆ ਤੇ ਕਿੱਥੇ ਚੱਲਣੇ ਆ ਤੇ ਕਿੱਥੇ ਸੜਕ। ਉਹ ਜਦੋਂ ਵਾਹਵਾ ਅੱਗੇ ਤੁਰ ਗਏ, ਗੱਡੀਆਂ ਦੀ ਆਵਾਜ਼ ਨਹੀਂ, ਤੇ ਹਾਂ ਕਿਹਾ ਜੀ ਸੜਕ ਤੇ ਹੀ ਬੜੀ ਦੂਰ। ਉਹ ਫਿਰ ਵੇਖਿਆ ਤੇ ਸੜਕ ਪਾਰ ਕਰ ਆਏ ਹਾਂ, 71 ਵਾਲਾ ਰੋਡ। ਅੱਛਾ। ਉਹ ਹੀ ਸਾਡੀ ਉਸ ਤੋਂ ਪਹਿਲਾਂ ਜਿਹੜਾ ਨਾ ਅਸੀਂ 71 ਵਾਲਾ ਪਾਰ ਕੀਤਾ ਦਿਨ ਦੇ ਟਾਈਮ, ਦਿਨੇ ਸਰਗੀ ਕੀਤਾ ਕੋਈ 9 ਤੋਂ 10 ਦੇ ਵਜੇ ਦਰਮਿਆਨ। ਅੱਛਾ। ਜਦੋਂ ਅਸੀਂ ਪਿੱਛੋਂ 23 ਵਾਲਾ ਪਾਰ ਕਰਕੇ ਆਏ ਆ, ਤੇ ਸਾਡਾ 2.5 ਦਿਨ ਦਾ ਟਾਈਮ ਸੀ ਨਾ, ਅੱਗੋਂ ਤੁਰ ਕੇ ਪਹਾੜ ਤੇ ਚੜੇ, ਤੇ ਪਹਾੜ ਤੇ ਚੜ ਕੇ ਫਿਰ ਅਸੀਂ ਲੁਕੀ ਜਗ੍ਹਾ ਤੇ ਸੌਂ ਗਏ ਆ ਉੱਥੇ ਦਿਨ ਦੇ ਵਿੱਚ ਹੀ। ਅੱਛਾ। ਕਿਉਂਕਿ ਥੱਕ ਹੀ ਬੜਾ ਜਗੇ, ਦੌੜਾਂ ਲੱਗ ਰਹੀਆਂ, ਤੇ ਉਹ ਫਿਰ ਉੱਥੇ ਫਿਰ ਬਹਿ ਕੇ ਫਿਰ ਇੱਕ ਦੋ 2.5 ਰੋਟੀਆਂ ਖਾਧੀਆਂ ਦਬਾਲ ਕੇ। ਅੱਛਾ। ਕਿ ਯਾਰ ਖਾਵਾਂਗੇ ਤੇ ਅੱਗੇ ਤੁਰਾਂਗੇ, ਸਫ਼ਰ ਥੋੜਾ ਹੀ ਰਹਿ ਚੱਲਾ, ਹੋਰ ਹੀ ਥੋੜਾ ਰਹਿ ਚੱਲਾ, ਤੇ 3-4 ਦਿਨ ਹੋ ਗਏ ਹਨ। ਤੇ ਲੋ ਸਰ ਜੀ ਅਸੀਂ ਉੱਥੇ ਬਹਿ ਕੇ ਰੋਟੀ ਖਾਧੀ, ਸੌਂ ਗਏ। ਸਵੇਰੇ ਉੱਠੇ ਤੇ ਉਹਨੇ ਨਾ ਲੋਕੇਸ਼ਨ ਸੈੱਟ ਕੀਤੀ, ਸਾਰਿਆਂ ਨੂੰ ਭਾਈ ਕਿ ਯਾਰ ਇੰਜ ਤੇ ਹੁਣ ਥੋੜਾ ਜਿਹਾ ਰਹਿ ਗਿਆ, ਤੇ ਅੱਗੇ ਹੁਣ ਸਾਡਾ ਸਫ਼ਰ 71 ਵਾਲਾ, 71 ਤੇ ਚੱਲਣੇ ਆ। ਤੇ ਸਰ ਜੀ ਅਸੀਂ ਗਏ ਆ, ਫਿਰ ਉਹ 71 ਵਾਲਾ ਪਾਰ ਕੀਤਾ, ਫਿਰ ਉਸ ਹਿਸਾਬ ਨਾਲ ਸੁਰੰਗ ਦੇ ਵਿੱਚੋਂ ਦੀ 71 ਵਾਲਾ ਪਾਰ ਕੱਢ ਕੇ ਤੇ ਅਸੀਂ ਅਗਲੇ ਪਾਸੇ ਹੋ ਗਏ ਆ। ਅਗਲੇ ਪਾਸੇ ਜਾ ਕੇ ਫਿਰ ਅਸੀਂ ਰੋਟੀ ਖਾਧੀ, ਫਿਰ ਰੋਟੀ ਖਾਧੀ ਅਗਲੇ ਦਿਨ ਸਵੇਰੇ। ਅੱਛਾ। ਫਿਰ 2-2 2.5 ਰੋਟੀਆਂ ਖਾਧੀਆਂ, ਤੇ ਥੋੜਾ ਜਿਹਾ ਹੌਲਾ ਹੋ ਗਿਆ ਬੈਗ ਰੋਟੀਆਂ ਨਾਲ। ਸਹੀ ਹੋ ਗਿਆ। ਠੀਕ ਹੈ। ਤੇ ਅਸੀਂ ਬੈਗ ਪਿੱਛੇ ਪਾਇਆ, ਪਾਣੀ ਦੀਆਂ ਬੋਤਲਾਂ ਪਾਈਆਂ ਨੇ ਵਿੱਚ, ਇੱਕ ਪਾਣੀ ਦੀ ਵੱਡੀ ਬੋਤਲ, ਇੱਕ ਛੋਟੀ ਰਹਿ ਗਈ, ਤੇ ਵੱਡੀ ਜਿਹੜੀਆਂ ਖਾਲੀਆਂ ਨੇ ਉਹ ਵੀ ਬੈਗ 'ਚ ਹੀ ਹਨ, ਕਿ ਅੱਗੋਂ ਪਹਾੜ ਲੰਘ ਕਿਤੋਂ ਲੱਭਾ। ਹੁਣ ਜਾ ਰਹੇ ਆ, ਤੇ ਅੱਗੋਂ 71 ਤੋਂ ਬਾਅਦ ਹੁੰਦਾ ਵੇ ਇੱਕ, ਮੇਰਾ ਖਿਆਲ ਹੈ ਇੱਕ ਛੋਟਾ ਜਿਹਾ ਰੋਡ ਹੁੰਦਾ ਵੇ, 8 ਵਾਲਾ ਰੋਡ ਹੁੰਦਾ ਜਾਂ ਮੇਰਾ ਪਹਿਲਾਂ, ਨਹੀਂ 8 ਵਾਲਾ ਨਹੀਂ ਹੁੰਦਾ, ਇੱਕ ਹੋਰ ਰੋਡ ਹੁੰਦਾ। ਹੁਣ ਉਸ ਰੋਡ ਤੱਕ ਜਾਣਾ ਸੀ ਅਸੀਂ। 38 ਵਾਲਾ, 32 ਵਾਲਾ, 38 32 48 ਵਾਲਾ, 48 ਵਾਲਾ ਮੇਰਾ ਖਿਆਲ, 48 ਵਾਲਾ ਮੇਰਾ ਖਿਆਲ। ਟ੍ਰੇਨ ਦੀ ਪਟੜੀ ਵੀ ਨਾਲ ਲੱਗਦੀ ਹੈ ਕਿ ਨਹੀਂ? ਨਹੀਂ ਉਹਦੇ ਨਾਲ ਨਹੀਂ ਪਟੜੀ ਲੱਗਦੀ। ਲੋ ਸਰ ਜੀ ਅਸੀਂ ਖੈਰ ਉਦੋਂ ਤੁਰੇ ਆ ਨਾ 71 ਤੋਂ ਬਾਅਦ, ਤੁਰੀ ਜਾ ਰਹੇ ਆ, ਆਪਣਾ ਰੋਟੀ ਖਾਧੀ, ਤੁਰ ਪਏ ਆ, ਸਫ਼ਰ ਸ਼ੁਰੂ ਹੋ ਗਿਆ ਸਾਡਾ। ਤੇ ਹੁਣ ਸਾਡਾ ਸਫ਼ਰ ਪਹਾੜ ਤੇ ਹੀ ਇੰਝ ਚੜੇ ਆ, ਫੇਰ ਲੱਥੇ ਆ, ਫੇਰ ਚੜੇ ਆ, ਫੇਰ ਲੱਥੇ ਆ, ਬੁੰਤਰ ਗਏ ਆ ਅਸੀਂ। ਪਾਗਲ ਹੋ ਜਾਂਦਾ ਬੰਦਾ ਉੱਥੇ। ਅੱਛਾ। ਉਹ ਟਾਹਣੀਆਂ ਵੱਜ ਕੇ ਤੇ ਕੁਝ ਇੱਕ ਦੂਜੇ ਨੂੰ ਗਾਲਾਂ ਕੱਢ ਕੇ, ਤੇ ਉੱਥੇ ਉਹ ਬਹੁਤ ਬੁਰਾ ਹਾਲ ਹੋ ਜਾਂਦਾ, ਨਿਜ਼ਾਮ ਖਰਾਬ ਹੋ ਜਾਂਦਾ। ਤੇ ਲੋ ਸਰ ਜੀ ਅਸੀਂ ਫਿਰ ਉਸ ਰੋਡ ਵੱਲ ਨੂੰ ਆਪਣਾ ਪਹੁੰਚੇ ਆ, ਰੋਡ ਦੇ ਨੇੜੇ, ਤੇ ਰਾਤ ਪੈ ਗਈ। ਮਤਲਬ ਪੂਰਾ ਦਿਨ ਅਸੀਂ ਉੱਥੇ ਤੁਰੇ ਆ ਫਿਰ ਉਸ ਹਿਸਾਬ ਨਾਲ, ਕਿਉਂਕਿ ਸਾਨੂੰ ਰਾਹ ਥੋੜਾ ਜਿਹਾ ਸਾਫ ਲੱਭ ਗਿਆ, ਕੁਝ ਉੱਥੇ ਖਤਰਾ ਕੋਈ ਨਹੀਂ ਇੰਨਾ, ਕਿਉਂਕਿ ਲੁੱਗੀ ਜਗ੍ਹਾ ਸੀ, ਪਹਾੜ ਸੀਗੇ, ਤੇ ਦਰਖਤ ਸਨ, ਕੋਈ ਨਿਜ਼ਾਮ ਇਸ ਤਰ੍ਹਾਂ ਦਾ ਸੀ। ਤੇ ਦਿਨ ਦੇ ਟਾਈਮ ਬੰਦਾ ਤੁਰ ਸਕਦਾ, ਦਿਨ ਦੇ ਟਾਈਮ, ਰਾਤ ਦੇ ਟਾਈਮ ਨਹੀਂ ਬੰਦਾ ਤੁਰ ਸਕਦਾ। ਅੱਛਾ। ਤੇ ਰਾਤ ਵਾਲਾ ਵੀ ਤੁਰਨ ਵਾਲਾ ਮੈਂ ਦੱਸਾਂ ਕਿੱਥੇ ਤੁਰੇ ਹਾਂ। ਤੇ ਸਰ ਜੀ ਅਸੀਂ ਫਿਰ ਉੱਥੇ ਪਹੁੰਚੇ ਆ, ਇਹ ਉਸ ਰੋਡ ਦੇ ਨੇੜੇ। ਤੇ ਹੁਣ ਵੇਖਿਆ ਜੇ ਮੇਰੀ ਗੱਲ ਸੁਣਿਓ, ਪਹਾੜ ਹੀ ਇੰਜ ਪਹਾੜ ਏ, ਤੇ ਇੰਜ ਥੱਲੇ ਜਾ ਕੇ ਨਾ ਇੱਥੇ ਇੰਜ ਰੋਡ ਵਗੰਦੇ ਆ, ਤੇ ਅਸੀਂ ਇਹਦੇ ਚੋਟੀ ਤੇ ਹੁਣ ਨੱਸਣਾ ਵੀ ਹੈ, ਤੇ ਇੰਜ ਪਾਰ ਕਰਕੇ ਤੇ ਪਰਾਂ ਵੀ ਹੋਣਾ ਤੂੰ। ਅੱਗੋਂ ਸੜਕ ਸੜਕ ਹੈ, ਤੇ ਇਹਦੇ ਨਾਲ ਇੰਜ ਮੱਠੀ ਜੀ ਢਾਲ ਬਣੀ ਹੈ ਉਹ ਜੰਗਲ ਦੀ। ਅੱਛਾ। ਹੁਣ ਅਸੀਂ ਉੱਤੋਂ ਇੰਜ ਯਕਦਮ ਰੋਡ ਵੀ ਪਾਰ ਕਰਨਾ, ਢਲਣਾ ਵੀ। ਹੁਣ ਮੇਰੀ ਗੱਲ ਸੁਣੀ, ਜਿਹੜਾ ਚਾਚਾ ਹੈ ਨਾ, ਚਾਚੇ ਨੂੰ ਪਹਿਲਾਂ ਕਿਹਾ ਜੀ ਚਾਚਾ ਤੈਨੂੰ ਇਸ਼ਾਰਾ ਕਰਾਵਾਂਗੇ ਉੱਤੋਂ, ਤੂੰ ਤੇ ਆ ਨਾਲ 2 ਮੁੰਡੇ ਹੋਰ ਲੈ ਲੈ, 3 ਜਣੇ ਤੂੰ ਆ ਸੜਕ ਪਾਰ ਕਰਕੇ ਪਰਾਂ ਢਲ ਜਾਣਾ, ਤੇ ਪਹਿਲੇ ਫੇਰੇ 'ਚ ਤੂੰ ਆ ਜਾਣਾ, ਫਿਰ ਅਸੀਂ ਨੱਸ ਆਵਾਂਗੇ ਜਦੋਂ ਵਾਰੀ 'ਚ ਨਾ। ਤੂੰ ਆਪਣਾ ਵਡੇਰੇ ਬੰਦੇ ਦੇ ਕੋਲ, ਜਿਹੜਾ ਜਿਹਦੀ ਲੱਤ ਨਹੀਂ ਸਹੀ ਉਹਨੂੰ ਵੀ ਨਾਲ ਹੀ ਘੱਲਿਆ, ਕਿ ਚਲੋ ਪਹਿਲਾਂ ਲੰਘ ਜਾਣਗੇ ਸਕੂਨ ਨਾਲ। ਤੇ ਅਸੀਂ ਹੁਣ ਵੇਹਨੇ ਪਏ ਹਾਂ, ਹੁਣ 3 ਵਜੇ ਹੁੰਦੇ ਉੱਠੇ ਨੇ। ਅੱਛਾ। ਤੇ ਇੰਝ ਗਏ ਨੇ ਥੱਲੇ, ਤੇ ਸਰ ਜੀ ਹੁਣ ਅਸੀਂ ਵੇਖਣ ਨੇ ਆ, ਤੇ ਗੱਡੀ ਲੰਘਦੀ ਪਈ, ਉੱਥੇ ਗੱਡੀ ਟਾਵੀ ਲੰਘਦੀ, ਉਹ ਮਿੰਟਾਂ ਦਾ ਟਾਈਮ ਲੱਭ ਜਾਂਦਾ। ਅੱਛਾ। ਹੁਣ ਜਿਹੜੇ ਚਾਚੇ ਦੇ ਨਾਲ 2 ਬੰਦੇ ਹਨ ਨਾ, ਇੱਕ ਲੱਤ ਵਾਲਾ ਤੇ ਇੱਕ ਦੂਜਾ, ਉਹਨਾਂ ਦੌੜ ਲਾਈ ਸੜਕ ਪਾਰ ਕਰਕੇ ਪਰਲੇ ਪਾਸੇ। ਚਾਚਾ ਇਹ ਜਾਂਦਾ ਪਿਆ ਸੜਕ ਵੱਲ। ਅੱਛਾ। ਉਹ ਸੜਕ ਤੋਂ ਜੋ ਆਪਣਾ ਥੱਲੇ ਪਹਾੜ ਤੋਂ ਥੱਲੇ ਢਲਿਆ ਨਾ, ਲੱਕੜ ਪਾੜ ਕੇ ਥੱਲੇ ਢਲ ਕੇ, ਤੇ ਸੜਕ ਤੇ ਖਲੋ ਗਿਆ, ਖਲੋ ਕੇ ਤੇ ਇੰਝ ਵੇਖਣ ਦੇ ਆ। ਇੰਨੀ ਚਿਰ ਜਦੋਂ ਗੱਡੀ ਆਈ, ਉਹ ਵੱਡੀ ਜਿਹੜੀ ਗੱਡੀ ਨਹੀਂ ਹੁੰਦੀ ਜਿਹੜੀ ਅਕਸਰ ਅੱਜ ਕੱਲ੍ਹ ਉਹ ਏਸੀ ਵਾਲੀ ਗੱਡੀ ਪਾਕਿਸਤਾਨ ਚੱਲਦੀ, ਉਹ ਗੱਡੀ ਆ ਕੇ ਚਾਚੇ ਖਲੋ ਗਈ। ਉਹਨੇ ਬੂਹਾ ਖੋਲਿਆ, ਅਸੀਂ ਵੇਖਣ ਨੇ ਆ, ਉਹਨੇ ਬੂਹਾ ਖੋਲਿਆ,
ਤੇ ਬਾਹਰ ਨਿਕਲ ਕੇ ਨਾ ਤੇ ਇੰਜ ਵੇਖਣ ਲੱਗ ਪਿਆ, ਵੇਖ ਕੇ ਨਾ ਤੇ ਇੰਜ ਤੇ ਇੰਜ ਖੱਬੇ ਸੱਜੇ ਵੇਖਿਆ ਉਹ ਤੇ ਗੱਡੀ ਲੈ ਕੇ ਤੁਰ ਗਿਆ, ਤੁਰ ਅੱਛਾ। ਪਿਆ। ਉਹ ਫਿਰ ਸਾਨੂੰ ਇੰਨਾ ਲੱਗਾ ਕਿ ਬਸ ਫੜੇ ਗਏ, ਹੁਣ ਉਹਨੇ ਸ਼ਿਕਾਇਤ ਕਰ ਦੇਣੀ, ਫੋਨ ਕਰ ਦੇਣਾ। ਅਸੀਂ ਵੇਖਣ ਨੇ ਸਾਰਾ ਮਾਜਰਾ ਵੇਖਣ ਨੇ ਉੱਤੇ ਬੈ ਜੂ ਗੱਡੀ ਤੁਰੀਆਂ ਹਾਂ ਦੌੜ ਲਾਤੀ ਉਤੋਂ, ਹਾਂ ਕਿਹਾ ਨੱਸੋ ਸੋ ਰੋਡ ਪਾਰ ਕਰੋ, ਇਹ ਤੇ ਜੋ ਹੋਏਗਾ ਵੇਖੀ ਜਾਏਗੀ। ਅੱਛਾ। ਹੁਣ ਅਸੀਂ ਸਰ ਜੀ ਨੱਸੇ ਆ, ਚਾਚੇ ਨੂੰ ਜੋ ਤੋਂ ਬਾਅਦ ਫੜਿਆ, ਚਾਚਾ ਨੱਸ ਸਕਾਂ ਤੂੰ ਇੱਥੇ ਖਲੋ ਕੇ ਕੀ ਕਰਾਨੇ ਆ, ਤੂੰ ਤਾਂ ਵੀ ਖਲੋਤਾ ਉੱਥੇ। ਅੱਛਾ। ਫਿਰ ਚਾਚੇ ਨੂੰ ਅੱਗੇ ਹਾਂਜੀ ਲਿਆ ਤੇ ਉਹ ਅਗਾਂ ਪਾਰ ਹੋਏ, ਫਿਰ ਵਾਹਵਾ ਫਿਰ ਨੱਸੇ, ਚਾਚਾ ਵੀ ਨਾਲ ਨੱਸੇ ਤੇ ਆਪਣਾ ਹਾਲ ਤੇ ਭੈਣ ਜੋ ਬੱਸ ਹੋ ਗਈ। ਫਿਰ ਨੱਸੇ ਅਗਾਂ ਪਾਰ ਹੋ ਕੇ ਥੱਲੇ ਜਾ ਕੇ ਫਿਰ ਅਸੀਂ ਬੈਠੇ, ਫਿਰ ਚਾਚੇ ਨੂੰ ਫੜਿਆ, ਯਾਰ ਚਾਚਾ ਕੋ ਕੀ ਕਰਨ, ਆਂਦਾ ਯਾਰ ਕੰਮ ਕਰ ਆਂਦਾ ਯਾਰੋ ਮੇਰੀ ਲੱਤ ਨੂੰ ਲੱਕੜੀ ਵੱਜ ਗਈ, ਉਹ ਕੰਡਾ ਖੁੱਭ ਗਏ ਤੇ ਮੈਂ ਕੰਡਾ ਕੱਢਣੇ ਆ। ਉਹ ਯਾਰ ਚਾਚਾ ਤੂੰ ਸਾਈਡ, ਚਾਚਾ ਹੁਣ ਕੱਢ ਲੈ, ਨਹੀਂ ਆਈਏ ਮੈਂ ਕੱਢਣਾ ਵੇ, ਤੇ ਉੱਤੇ ਕੀ ਕਰਨੇ ਆ ਲੋਕ। ਇੰਜ ਦੇ ਵੀ ਕਈ ਬੰਦੇ ਹੁੰਦੇ ਨੇ, ਉਹ ਫਿਰ ਬੰਦਾ ਉਸ ਟਾਈਮ ਜਦੋਂ ਉਹ ਬੜਾ ਵਕਤ ਹੁੰਦਾ, ਉਹ ਟਾਈਮ ਦਾ ਮੌਕਾ ਨਾਜ਼ੁਕ ਮਰਹਲਾ ਹੁੰਦਾ, ਨਾਜ਼ੁਕ ਮੌਕਾ ਹੁੰਦਾ, ਉਹ ਵੀ ਰੋਡ ਦੇ ਉੱਤੇ। ਬਿਲਕੁਲ। ਉਹ ਸਰ ਜੀ ਫਿਰ ਉਹਦੇ ਚਾਚੇ ਨੇ ਕੰਡਾ ਵੀ ਕੱਢਿਆ, ਯਾਰ ਚਾਚਾ ਤੂੰ ਪਾਰ ਹੋ ਕੇ ਕਰ ਲੈਣਾ, ਉਹ ਇੰਜ ਕਰ ਲੈਣੇ, ਫਲਾਨ ਕਰ ਲੈਣਾ। ਚਾਚਾ ਕਹਿੰਦਾ ਉਹ ਇੰਜ ਤੇ ਫਲਾਨ ਤੇ ਠੀਕ, ਉਹ ਛੱਡ ਹੋਏ, ਅੱਛਾ। ਉਹਦੇ ਜਾਨ ਤੇ ਬਣ ਗਈ। ਫਿਰ ਹੁਣ ਉਹ ਤੋਂ ਲੋਕੀ ਜਗ੍ਹਾ ਸੀਗੀ ਉੱਥੇ, ਸਾਨੂੰ ਵਾਕਈ ਪੁਲਿਸ ਭਈ ਉਹ ਬੰਦੇ ਨੇ ਸ਼ਿਕਾਇਤ ਕਰਤੀ। ਅੱਛਾ। ਤੇ ਅਸੀਂ ਫਿਰ ਨੱਸੇ ਆ ਉੱਥੋਂ, ਤੇ ਅਸੀਂ ਨੱਸ ਕੇ ਨਾ ਸਾਹਮਣੇ ਪਹਾੜ ਤੇ ਚੜ੍ਹਨਾ ਸੀ। ਪਹਾੜ ਦੇ ਉੱਤੋਂ ਸਫ਼ਰ ਹੁੰਦਾ ਵੇ, ਉਹ ਤੁਹਾਨੂੰ ਉਧਰੋਂ ਸ਼ਹਿਰ ਦਿਸਦਾ ਵੇ, ਉਸ ਜਗ੍ਹਾ ਤੋਂ ਜਾ ਕੇ ਇੱਕ ਵੱਡਾ ਜਿਹਾ ਸ਼ਹਿਰ ਦਿਸਦਾ, ਮੈਨੂੰ ਨਾਂ ਨਹੀਂ ਯਾਦ, ਰਿਜੀਕਾ ਤੋਂ ਪਿੱਛੇ। ਰਿਜੀਕਾ ਸ਼ਹਿਰ ਕ੍ਰੋਏਸ਼ੀਆ ਦਾ ਵੱਡਾ ਸ਼ਹਿਰ ਹੈ ਜਿਹੜਾ ਸਲੋਵੇਨੀਆ ਬਾਰਡਰ ਤੇ ਲੱਗਦਾ, ਉਹਦੇ ਤੋਂ ਪਿੱਛੇ ਇੱਕ ਸ਼ਹਿਰ ਦਿਸਦਾ ਵੇ, ਤੇ ਉਸ ਸ਼ਹਿਰ ਸਾਨੂੰ ਪਹਾੜ ਦੇ ਉੱਤੋਂ ਦਿਸਦਾ। ਉਹ ਇੰਜ ਥੱਲੇ ਜੋ ਢਲੇ ਆ ਨਾ, ਤੇ ਨਾਲ ਇੰਜ ਪਹਾੜ ਚੜ ਗਏ, ਪੋਲਾ ਪਹਾੜ ਚੜ ਕੇ ਨਾ ਉੱਤੇ ਲੁੱਕੀ ਜਗ੍ਹਾ ਬਣੀ, ਉੱਥੇ ਚੜ ਕੇ ਬਹਿ ਗਏ। ਤੇ ਉੱਤੇ ਸਾਨੂੰ ਉੱਥੇ ਪੁਲਿਸ ਵਾਲੇ ਪਰਲੀ ਜਿੱਥੋਂ ਇਹ ਸੜਕ ਪਾਰ ਕੀਤੀ, ਉਸ ਸੜਕ ਦੇ ਕਿਨਾਰੇ ਤੇ ਖਲੋ ਕੇ ਨਾ ਲੇਜ਼ਰ ਮਾਰਦੇ, ਲੇਜ਼ਰ ਜਿਹੜੀਆਂ ਲਾਲ ਰੰਗ ਦੀ ਲੇਜ਼ਰ ਨਹੀਂ ਹੁੰਦੀ, ਉਹ ਲੇਜ਼ਰ ਵੱਜਦੀ ਹੈ ਇੰਜ। ਅੱਛਾ। ਉਹ ਲੇਜ਼ਰ ਤੋਂ ਜੂਨ ਬੰਦੇ ਤੇ ਵੱਜਦੀ, ਉਹ ਪਤਾ ਚੱਲ ਜਾਂਦਾ ਬੰਦਾ ਕਿੱਥੇ ਤੇ ਜੂਨ ਉਹ ਹਨੇਰੇ ਦੇ ਵਿੱਚ ਲੇਜ਼ਰ ਵੱਜਦੀ। ਅੱਛਾ। ਉਹ ਹਨੇਰਾ ਨਹੀਂ ਇੰਨਾ ਆਇਆ, ਨੱਸੇ ਆ, ਨੱਸ ਗਏ ਤੇ ਬਾਬਾ ਚੋਰੀ ਅਸੀਂ ਉੱਥੇ ਜਾ ਕੇ ਬਹਿ ਗਏ। ਹੁਣ ਬੈਠੇ ਆ ਕਿ ਚੱਲ ਯਾਰ ਉਹ ਬੰਦੇ ਨੇ ਵੇਖਿਆ ਤੇ ਪੁਲਿਸ ਆ ਗਈ, ਘੁੰਮ ਫਿਰ ਕੇ ਤੁਰ ਜੇਗੀ। ਉਹ ਵੇਂਦੇ ਹਨੇਰਾ ਹੋ ਗਿਆ। ਅੱਛਾ। ਅਸੀਂ ਹੁਣ ਕਿਹਾ ਜੀ ਹਨੇਰਾ ਹੋ ਚੱਲਿਆ, ਥੋੜਾ ਜਗ੍ਹਾ ਹੋ ਜਾਂਦੇ, ਥੋੜਾ ਜਗ੍ਹਾ ਹੋ ਕੇ ਬੈਠੇ ਹੀ ਆ ਜੇ। ਉਹ ਬਾਬਾ ਜੀ ਗੱਡੀਆਂ ਛਾਂ ਟੂ ਹੀ ਹੁੰਦਾ ਪਿਆ ਰੋਡ ਦੇ ਉੱਤੇ, ਟੂ ਤੇ ਉੱਥੇ ਲੇਜ਼ਰ ਵੱਜ ਰਿਹਾ, ਲੇਜ਼ਰ ਵੱਜ ਰਹੇ ਨੇ। ਸਾਨੂੰ ਦੱਸਿਆ ਪਿਆ ਕਿ ਯਾਰ ਲੇਜ਼ਰ ਮਾਰਨ ਦੇ ਆ, ਕੋਈ ਬੰਦਾ ਉੱਧਰ ਸਿਸਟਮ ਹੁੰਦੇ ਆ ਲੇਜ਼ਰਾਂ ਦਾ ਨਿਜ਼ਾਮ। ਤੇ ਉਹ ਹੁਣ ਚਾਚੇ ਨੂੰ ਕਹੀਏ, ਚਾਚਾ ਤੂੰ ਕੰਮ ਖਰਾਬ ਕਰ ਛੜਿਆ, ਕੀ ਕੀਤਾ ਕੀ ਇਹ ਨਿਜ਼ਾਮ ਹੋਇਆ। ਅੱਛਾ। ਤੇ ਬਾਬਾ ਜੀ ਹੁਣ ਉੱਥੇ ਪਰੇਸ਼ਾਨ ਤੇ ਦਰੂਦ ਸ਼ਰੀਫ ਤੇ ਕੋਈ ਰੋਟੀ ਦਾ ਚੱਕਰ ਨਹੀਂ। ਫਿਰ ਉਂਝ ਉੱਥੇ ਬੈਠੇ, ਉੱਥੇ ਦੇ ਉੱਤੇ ਹੀ ਫਿਰ ਅਸੀਂ ਸੌਂ ਗਏ। ਉਂਝੀ ਕੱਪੜਿਆਂ ਸਮੇਤ, ਕੋਈ ਸਲੀਪਿੰਗ ਬੈਗ ਨਹੀਂ ਕੱਢਿਆ, ਕੋਈ ਛਾਪਰ ਨਹੀਂ ਵਿਛਾਇਆ, ਕਿਉਂਕਿ ਲੇਜ਼ਰ ਵੱਜਦੇ ਹਨ ਪਏ। ਕਿਸੇ ਵਕਤ ਵੀ ਨੱਸਣਾ ਪੈ ਸਕਦਾ, ਕਿਸੇ ਟਾਈਮ ਵੀ ਨੱਸਣਾ ਵੀ ਪੈ ਸਕਦਾ। ਤੇ ਜੇ ਅਗਰ ਲੇਜ਼ਰ ਕਿਸੇ ਤੇ ਵੱਜ ਗਿਆ ਤਾਂ ਵੀ ਨੱਸਣਾ, ਤੇ ਜਾਂ ਮਤਲਬ ਕਿ ਇਹ ਤੋਂ ਉੱਠਣਾ ਵੀ ਪੈਣਾ ਸਕਦਾ ਹੈ, ਕਿਸੇ ਪਾਸੇ ਹੋਣਾ ਆ ਜੀ, ਜਾਂ ਇਹ ਤੇ ਜੇ ਸੋਣਾ ਵੀ ਪਵੇ ਤੇ ਚਲੋ ਸਵੇਰੇ ਯਕਦਮ ਅਸੀਂ ਦੌੜ ਲਾ ਦੇਂਗੇ ਉੱਠਦੇ ਸਾਰ, ਕੋਈ ਠੱਪਣ ਵਾਲਾ ਚੱਕਰ ਨਹੀਂ ਹੋਏਗਾ। ਉਹ ਇੰਝ ਹੀ ਬੈਠੇ ਆ ਨਾ, ਇੰਝ ਇੱਕ ਦੂਜੇ ਨਾਲ ਜੋੜ ਕੇ ਬੈਠੇ ਆ, ਤੇ ਇੱਥੇ ਦੇ ਇੱਥੇ ਇੰਝ ਹੀ ਸੌਂ ਗਏ ਆ ਸਾਰੇ ਉੱਥੇ ਸੌਂ ਗਏ ਆ। ਤੇ ਉਹ ਸਰ ਜੀ ਹੁਣ ਉੱਥੇ ਜਦੋਂ ਸੁੱਤੇ ਆ, ਫਿਰ ਸਵੇਰ ਦਾ ਟਾਈਮ ਹੋਇਆ 6 ਵਜੇ, ਫਿਰ ਉੱਠਿਆ ਉਹ ਬੰਦਾ ਤੇ ਕਿਨ ਮੈਨੇ ਲੱਗ ਗਈ, ਜਿਵੇਂ ਹੋਣ ਲੱਗੀ ਹੈ ਨਾ ਬਾਅਦ ਚ, ਓਏ ਹੋਏ ਤੇ ਠੰਡ ਨਾਲ ਆਕਰ ਗਏ ਬਸ। ਓਏ ਹੋਏ ਗਰਮੀ ਵੀ ਸੀ ਤੇ ਠੰਡ ਵੀ ਸੀ। ਹੁਣ ਉਹ ਆਕਰ ਕੇ ਤੇ ਉੱਤੋਂ ਬਾਰਿਸ਼, ਤੇ ਥੱਲੇ ਹਰਸ਼ਾ ਗਿੱਲੀ, ਉੱਤੋਂ ਬਾਰਿਸ਼ ਗਿੱਲੀ, ਹਰ ਸ਼ਾਈ ਗਿੱਲੀ ਹੋ ਗਈ, ਮੱਠੀ ਬਾਰਿਸ਼ ਹੀ ਹੈਗੀ ਹੈ। ਤੇ ਤੁਰ ਪਏ ਆ, ਤੁਰਦੇ ਗਿੱਲੇ ਹੋ ਗਏ ਆ ਸਾਰੇ। ਅੱਛਾ। ਹੁਣ ਵੇਖ ਤੁਰਨੇ ਆ ਪਏ, ਜਾਂਦੇ ਆ ਪਏ, ਤੇ ਹਾਂ ਫਿਰ ਅੱਗੇ ਜਾ ਕੇ ਬੈਠੇ ਆ, ਰੋਟੀ ਖਾਧੀ, 2 3 ਰੋਟੀਆਂ ਖਾਧੀਆਂ, ਤੇ ਸਾਡੇ ਵਿੱਚੋਂ ਅੱਧੇ ਬੰਦਿਆਂ ਰੋਟੀਆਂ ਮੁਕਾ ਵੀ ਲਈਆਂ। ਅੱਛਾ ਜੀ। 71 ਵਾਲੇ ਰੋਡ ਤੇ 71 ਤੇ ਹੀ ਰੋਟੀ ਮੁੱਕ ਗਈ 1 2 ਬੰਦੇ ਕੋ। ਉਹ ਪਤਾ ਕਿਵੇਂ ਮੁੱਕਦੀ ਹੈ, ਉਹ ਜਦੋਂ ਬੰਦੇ ਨਾ ਗਰੁੱਪ ਕਿ ਮਸਾਂ ਕਿ ਮੈਂ ਤੈਨੂੰ ਆਣਾ ਹਫਲ, ਤੂੰ ਮੇਰੇ ਨਾਲ ਆਈ ਆ, ਤੂੰ ਵੀ ਆਈ ਆ, ਅਸੀਂ 3 ਹੋ ਜਾਂਦੇ ਆ, 3 4 ਅਸੀਂ ਹੋ ਜਾਂਦੇ। ਉਹ ਜਦੋਂ ਰਲਦੇ ਆ ਨਾ, ਉਹ ਰਲਨੇ ਆ, ਫਿਰ ਤੂੰ ਵੀ ਪੈਕਟ ਕੱਢਣਾ, ਉਹ ਵੀ ਕੱਢਦਾ, ਫਿਰ ਉਹ ਦੋਵੇਂ ਪੈਕਟ ਮੁੱਕ ਜਾਓ ਉਸ ਜਗ੍ਹਾ ਤੇ ਬੈਠਾ। ਉਹ ਫਿਰ ਨਾ ਉੱਥੇ ਬਣਾਇਆ, ਉੱਥੇ 4 ਜਣੇ ਹਨ ਇੱਕ, ਤੇ 3 ਜਣੇ ਇੱਕ ਹਨ, ਤੇ 2 ਜਣੇ ਇੱਕ ਹਨ। ਉਹ ਰੋਟੀਆਂ ਮੁੱਕ ਗਈਆਂ। ਅੱਛਾ। ਹੁਣ ਉਹ ਦੂਜੇ ਦੇਣ ਲੱਗ ਪਏ ਰੋਟੀਆਂ, ਲਓ ਜੀ ਰੋਟੀ ਛੋਟੀ ਖਾਓ। ਬਾਕੀ ਮਾਲ ਉਹਨਾਂ ਕੋਲ ਹੈ ਹੀ, ਕੈਚਅਪ ਕੁਚਪ ਮਾੜੀ ਮੋਟੀ ਹੈ ਹੀ, ਕੋਈ ਬਿਸਕੁਟ ਕੇਕ ਹੈ ਹਨ, ਤੇ ਉਹ ਰੋਟੀਆਂ ਮੁੱਕ ਗਈਆਂ। ਹੁਣ ਲੋਕੇਸ਼ਨ ਦੇ ਹਿਸਾਬ ਨਾਲ ਵੇਖਣੇ ਆ ਤੇ ਸਾਡੇ ਕੋਲ ਇਹ ਕਿੰਨੇ ਦਿਹਾੜੇ ਪਏ ਹਨ, ਹਫ਼ਤਾ 1.5 ਲੱਗ ਜਾਣਾ ਸੀ ਉਸ ਹਿਸਾਬ ਨਾਲ। ਤੇ ਫਿਰ ਇੱਕ ਦੂਜੇ ਨੂੰ ਦਲਾਸੇ ਦੇ ਕੇ ਰੋਟੀ ਦੇ ਕੇ ਤੇ ਅਸੀਂ ਪਾਰ ਕੀਤਾ। ਉੱਤੇ 8 ਵਾਲਾ ਕਿ 23 ਵਾਲਾ ਕਿਹੜਾ ਹੁੰਦਾ ਵੀ 71 ਤੋਂ ਬਾਅਦ, ਉਹ ਜਦੋਂ ਇਹ ਲੇਜ਼ਰਾਂ ਵੱਜਣੀਆਂ। ਤੇ ਉਸ ਤੋਂ ਬਾਅਦ ਸਰ ਜੀ ਅਸੀਂ ਅੱਗੇ ਆਏ ਹਾਂ,
ਤੇ ਅੱਗੇ ਹੁੰਦੇ ਨੇ 71 ਦੇ ਕੋਲ ਨਹੀਂ 71 ਪਾਰ ਕਰਕੇ ਚਿੱਟੇ ਪਹਾੜ ਹੁੰਦੇ ਨੇ, ਅੱਛਾ ਚਿੱਟੇ ਪਹਾੜ ਹੁੰਦੇ ਨੇ ਸਰ ਜੀ ਉੱਥੇ। ਤੇ ਸਰ ਜੀ ਸਾਡੇ ਕੋਲ ਮੋਗੀ ਰੋਟੀ ਛੋਟੀ ਹੂੰ ਤੇ ਉਹਨਾਂ ਕੋ ਵੀ ਮੋਗੀ ਸਾਡਾ ਇਹ ਲੰਗਰ ਮੁਕਾ ਬੈਠੇ ਆ, ਪਹਾੜਾਂ ਤੱਕ ਜਾਂਦੇ ਆ, ਸਾਨੂੰ 2-3 ਦਿਨ ਲੱਗ ਗਏ। ਹੂੰ ਹੁਣ ਤੁਰਨ ਸਾਡਾ ਸਫ਼ਰ ਸੀਗਾ ਟੋਰੇ ਦਾ, ਤੇ ਜਿੱਥੇ ਬਹਿ ਰਹੇ 2-3 ਰੋਟੀਆਂ ਖਾ ਰਹੇ ਆ, ਜਸਟ ਪੀ ਰਹੇ ਆ ਕਿ ਯਾਰ ਹੁਣ ਨੇਰੇ ਲੱਗ ਚੱਲੇ ਆ ਅਸੀਂ, ਅੱਛਾ ਬਸ ਇੰਨੇ ਦਿਨਾਂ ਦਾ ਹੈ ਵੇ, ਚਲੋ ਇੱਕ ਦੂਜੇ ਨੂੰ ਦੇ ਕੇ ਉਹ ਇੱਕ ਦੂਜੇ ਨੂੰ ਦਿੰਦਿਆਂ ਖਾਂਦਿਆਂ ਖੂੰਦਿਆਂ ਰੋਟੀਆਂ, ਪਤਾ ਹੀ ਨਹੀਂ ਚੱਲਿਆ। ਅੱਛਾ ਤੇ ਅੱਗੇ ਹੁੰਦਾ ਵੇ ਕਿੰਨੇ ਵਾਲਾ ਰੋਡ ਹੁੰਦਾ ਵੇ, ਮੈਨੂੰ ਰੋਡ ਏਡੇ ਪੱਕੇ ਵੀ ਯਾਦ ਨਹੀਂ ਰਹੇ ਜਿੰਨੇ ਕੋ ਪਾਰ ਕਰ ਚੜੇ ਨੇ। 71 ਵਾਲੇ ਤੋਂ ਬਾਅਦ 71 ਵਾਲੇ ਤੋਂ ਬਾਅਦ ਕਿਹੜਾ ਹੁੰਦਾ 65 ਵਾਲਾ, ਨਹੀਂ 65 ਵਾਲਾ 65 61 ਵਾਲਾ, ਬੜਾ ਦੂਰ ਹੈ ਲੈ 61 ਵਾਲਾ ਹੁੰਦਾ ਰੇ। ਅੱਛਾ 38 ਵਾਲਾ ਕੋ ਨਹੀਂ ਆਇਆ ਤੁਹਾਡੇ ਰਾਤ ਵਿੱਚ 35 ਵਾਲਾ 32 ਵਾਲਾ ਨਹੀਂ ਉਹ ਵਾਲਾ ਨਹੀਂ ਆਇਆ ਸਾਡੇ। ਅੱਛਾ। 8 ਵਾਲਾ 63 ਵਾਲਾ 65 ਵਾਲਾ ਮੇਰਾ ਖਿਆਲ ਹੈ, 65 ਵਾਲਾ 61 ਵਾਲਾ ਐਂਡ ਤੇ ਹੁੰਦਾ, ਅੱਛਾ ਆਓ ਐਂਡ ਤੇ 61 ਵਾਲਾ ਹੁੰਦਾ ਮੇਰਾ ਖਿਆਲ, ਜਾਂ 65 ਵਾਲਾ ਹੁੰਦਾ ਇਸ ਹਿਸਾਬ ਦਾ। ਚਲੋ 61 ਉੱਥੇ ਲਾ ਲਓ 65 ਉੱਥੇ ਲਾ ਲਓ। ਅੱਛਾ ਉਹ 65 ਵਾਲੇ ਜਿਹੜੇ ਰੋਡ ਦੇ ਕੋਲ ਗਏ ਆ ਨਾ, ਮਤਲਬ ਇਹ 71 ਤੱਕ ਅਸੀਂ ਪਹੁੰਚ ਗਏ ਆ 71 ਤੋਂ ਬਾਅਦ 71 ਤੋਂ ਬਾਅਦ ਫਿਰ ਅਸੀਂ 65 ਵਾਲ ਨੂੰ ਜਾਂਦੇ ਆ। 65 ਹਲ ਜਾਵਾਂਗੇ ਤੇ ਇਨਸ਼ਾਅੱਲਾ ਨਾਜ਼ਰੀਨ 65 ਵਾਲਾ ਰੋਡ ਜਿਹੜਾ ਉਹਦੀ ਵੀਡੀਓ ਇਸ ਤੋਂ ਬਾਅਦ ਬਣਾਵਾਂਗੇ, ਕਿਉਂਕਿ ਵੀਡੀਓ ਲੰਬੀ ਬਾਰਿਸ਼ ਹੁੰਦੀ ਹੁੰਦੀ ਹੈ ਵੀ ਤੇ ਬਾਰਿਸ਼ ਵੀ ਹੁੰਦੀ ਪਈ ਹੈ, ਨਾਲੇ ਨਮਾਜ਼ ਅਸਰ ਅਦਾ ਕਰਨੀ ਹੈ। ਤੇ ਇਨਸ਼ਾਅੱਲਾ ਫਿਰ ਮਿਲਾਂਗੇ ਨਈ ਵੀਡੀਓ ਵਿੱਚ, ਤਬ ਤੱਕ ਸਾਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼। ਤੇ ਜਿਹੜੇ नए यूज़र आए ने मेहरबानी आपने चैनल को सब्सक्राइब ज़रूर कर लेना, ताकि हमारी अच्छी अच्छी वीडियो आपके तक, यूरोप में बैठ के हम बना रहे हैं, इटली में बैठ के आपके लिए इतनी इतनी प्यारी वीडियोस बना रहे हैं, ताकि आप लोगों को पता चल सके कि हार्ड रियलिटीज़ क्या हैं, किस तरह का सफ़र होता है, तो मुश्किलात कितनी है। क्योंकि घर वाले तो कह देते हैं हाँ भाई काम करना है पाकिस्तान में, अब मेरा भरा इटली गया है, तो वो यही बताने का मकसद होता है कि वो इटली कैसे जाते हैं, किस तरह के जनाब सफ़र होते हैं, कि मौत के मुंह से बच के कौन कौन सी मुश्किलात हैं वो झेल के जाते हैं। क्योंकि आज तक किसी बंदे ने ना ही ये बताई हैं बातें, तो इंज नहीं वेखी होनी किसी चैनल पे भी इस तरह की आपको अवेयरनेस किसी बंदे ने नहीं दी। तो ये वाहद यूरोप इन्फो टीवी है कि जो आपके लिए हर वक्त हर तरह की वीडियो बनाता है, और आपको ये डेंगू के मुतल्लिक बिल्कुल ब्रीक मिनी से आपको बता रहे हैं एक एक बात। ये नहीं कि मैं अपनी ज़बानी बयान कर रहा हूँ, कभी चांदू भाई आ जाते हैं, कभी उमैर भाई हैं, कभी जनाब शानी बाटा आ जाते हैं, वो हमने वो 2 आदमी बहुत मुश्किल से इधर से ढूंढे हैं, कभी शाह साहब आ जाते हैं, कभी जो है ना वो आदल घुमर साहब आ जाते हैं, मतलब बहुत से दोस्त हैं जो मतलब इस तरह की उनकी स्टोरी शेयर करते हैं हम आपके साथ। ये ना हो कि ये लगे कि ये 2 बंदे यार ये फिल्म है, ये ड्रामे कर रहे हैं, झूठ बोल रहे हैं, नहीं, एक कर सकता 2 कर सकता, सब तो नहीं कर सकते। शाह साहब ने भी आपको स्टोरी सुनाई है, तो इसका मकसद मेन यही है कि आप तक जो है ना वो हक सच पहुँचाएँ, और आपको भी पता चले कि जो आपके घर वाले, आपके प्यारे, आपके जो भाई हैं, आपके बेटे हैं, वो कैसे मुल्क अपना छोड़ के, तो कितनी मुश्किल से गुजर के वो डेंगल लगा के यूरोप आए हैं। तो उनकी जो कमाई है, वो जो पैसे कमा रहे हैं, उनकी किस तरह रिस्पेक्ट करनी है, कदर करनी है। ये नहीं कि जाते ही बस जी मुंडा इटली चला गया, कट दो नहीं स्टाल इटा ने कोठियां छत दो, वो गए अपनी जान पे खेल के, तो उनके लिए कोई अच्छा करें, वालिदैन की ये जिम्मेदारी होती है। तो बाकी सब कोई पता है कि क्या करना होता है, बाकी अल्लाह ताला खैर करे, हमें तो इजाजत इंशाल्लाह। सर जी ਅਸੀਂ ਉਹ ਤੇਰੇ 2 ਬੰਦੇ ਹੁਣ ਲਿਆਂਦੇ ਨੇ, ਸ਼ਾਨੀ ਭੱਟ ਸਾਹਿਬ, ਹਾਂ, ਤੇ ਉਹਨਾਂ ਦੀ ਵੀਡੀਓ ਮੇਰੇ ਘਰ ਵੇਖ ਲਈ ਹੋਣੀ ਬਾਮ ਨੇ, ਹੋਰ ਵੀ ਬੰਦੀਆਂ ਉਹਨਾਂ ਦੀਆਂ ਵੀਡੀਓ ਪਈਆਂ, ਤੇ ਉਹ ਉਹਨਾਂ ਚਲੇ ਜਾਣਾ ਇਥੋਂ ਕੈਂਪ ਚੋਂ, ਤੇ ਅਸੀਂ ਉਹਨਾਂ ਦੇ ਬਹੁਤ, ਮੈਂ ਉਹਨਾਂ ਦੀ ਆਪਣਾ ਤਰਲਾ ਮਿਹਨਤ ਕੀਤੀ, ਤੇ ਉਹਨਾਂ ਕਿਹਾ ਚਲੋ ਮੈਂ ਦੱਸਾਂਗਾ। ਉਹਨਾਂ ਦੇ ਬਹੁਤ ਦਰਦ, ਉਹਨਾਂ ਦੇ ਬਹੁਤ ਮਾਰ ਪਈ ਰਾਜ, ਬਹੁਤ ਉਹਨਾਂ ਦੇ ਜ਼ੁਲਮ ਸਿਤਮ ਹੋਇਆ। ਤੇ ਦੂਸਰਾ ਸਾਡੇ ਆਦਲ ਭਾਈ ਨੇ, ਉਹ ਜਿਹੜੇ ਡਾਕਟਰ ਸਾਹਿਬ ਨੇ, ਤੇ ਉਹ ਬਹੁਤ ਇੰਟਰਸਟਿੰਗ ਤੇ ਬਹੁਤ ਉਹਨਾਂ ਦੇ ਕਮਾਲ ਦੇ ਅੰਦਾਜ਼ ਵੀ ਬੜਾ ਪਿਆਰਾ ਉਹਨਾਂ ਦਾ, तो ਤੁਸੀਂ ਸੁਣਿਆ ਜੇ ਜ਼ਰੂਰ। ਤੇ ਬਾਕੀ ਉਮੈਰ ਬਾਦਸ਼ਾਹ, ਉਹ ਕਿਆ ਹੀ ਬਾਤ ਹੈ ਉਹ जट दा, ਉਹ ਕਿਆ ਬਾਤ है जट दी। तो नए आने वाले यूजर चैनल को सब्सक्राइब कर दें, बेल आइकन को जरूर प्रेस कर दें, और वीडियो को दोस्तों को शेयर करें, लाइक करें, और कमेंट में जरूर बताएं कि क्या आपको सिस्टम लगा, और हाफिज की आपको कैसे लगे हैं, और हाफिज का निज़ाम कैसा लगे आपको। तो आप दें हमें इजाज़त, अल्लाह हाफिज़।